ਸਰਕਾਰ ਤੁਹਾਡੀਆਂ ਮੰਗਾਂ ਕਿਉਂ ਨਹੀਂ ਮੰਨਦੀ? ਕਿਉਂਕਿ ਸਰਕਾਰ ਹਮੇਸ਼ਾ ਤੁਹਾਨੂੰ ਪਤਾ ਦਗੇ ਤੇ ਰਹਿੰਦੀ ਆ। ਉਹ ਲੋਕਾਂ ਦੀ ਭਲਾਈ ਵਾਲੀ ਸਰਕਾਰ ਨਹੀਂ ਹੁੰਦੀ। ਉਹ ਸਿਰਫ ਵੋਟਾਂ ਜਦੋਂ ਲੈਣੀਆਂ ਉਦੋਂ ਹੀ ਭਲਾਈ ਵੱਲ ਤੁਰਦੀ ਆ। ਇਸ ਵਾਰ ਜਿਹੜੀ ਯੂਥ ਵਾ ਉਹ ਤੁਹਾਡੇ ਕੋਲ ਕਿਹੜਾ ਸਾਹਿਤ ਜ਼ਿਆਦਾ ਖਰੀਦ ਰਹੀ ਆ? ਉਹਦੀ ਕੀਮਤ 400 ਰੁਪਈਆ, ਚਾਹੇ 200 ਰੁਪਈਆ, ਚਾਹੇ 300 ਰੁਪਈਆ, ਚਾਹੇ 500 ਰੁਪਈਆ। ਅਸੀਂ ਹਰ ਕਿਤਾਬ ਜਿਹੜੀ ਪਾਠਕ ਤੱਕ ਪਹੁੰਚਦੀ ਕਰਾਂਗੇ ਸਿਰਫ 50 ਰੁਪਏ ਵਿੱਚ। ਹਰ ਇੱਕ ਚੀਜ਼ ਨੂੰ ਇੱਦਾਂ ਤਸਵੀਰਾਂ ਜਿਹੜੀਆਂ ਕੈਮਰੇ ਨਾਲ ਖਿੱਚ ਕੇ ਫਿਰ ਉਹਨੂੰ ਗੁਰਬਾਣੀ ਦੇ ਰਾਹੀਂ ਦਰਸਾਇਆ ਹੈ, ਸਾਨੂੰ ਸੁਮੇਲ ਕੀਤਾ ਹੈ ਇਹਨਾਂ ਦਾ। ਫਿਰ ਤਿੰਨੋਂ ਭਾਸ਼ਾਵਾਂ ਵਿੱਚ ਇਹਨੂੰ ਡਿਕਟੇਟ ਕੀਤਾ ਹੈ ਜੀ, ਤਾਂ ਜੋ ਹਰ ਇੱਕ ਭਾਸ਼ਾ ਦਾ ਮਨੁੱਖ ਸਮਝ ਸਕੇ। ਹਰ ਲੇਖਕ ਜਿਹੜਾ ਉਹਦੀ ਖਾਸ਼ ਹੁੰਦੀ ਆ ਵੀ ਸਾਡੀ ਗਦਰੀ ਬਾਬਿਆਂ ਦੇ ਮੇਲੇ ਤੇ ਕਿਤਾਬ ਛਪ ਜਾਵੇ ਤੇ ਇੱਥੇ ਰਿਲੀਜ਼ ਹੋ। ਪੰਜਾਬੀ ਸਟੂਡੀਓ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਸੰਜੀਵ ਭਾਟਾ ਸਵਾਗਤ ਕਰਦਾ ਹਾਂ। ਦਰਸ਼ਕੋ, ਅੱਜ ਅਸੀਂ ਪਹੁੰਚੇ ਹਾਂ ਜਲੰਧਰ, ਜਿੱਥੇ ਕਿ 30ਵਾਂ ਗਦਰੀ ਬਾਬਿਆਂ ਦਾ ਮੇਲਾ ਚੱਲ ਰਿਹਾ। ਆਓ ਚੱਲਦੇ ਹਾਂ। 30ਵਾਂ ਗਦਰੀ ਬਾਬਿਆਂ ਦਾ ਮੇਲਾ ਆ ਪੋਸਟ ਦੀ ਬੈਨਰਾਂ ਤੇ ਪੜੋ, ਗਦਰੀ ਬਾਬਿਆਂ ਦੀਆਂ ਯਾਦਗਾਰਾਂ ਬਚਾਉਣ ਲਈ ਮੁੱਖ ਮੰਤਰੀ ਅੱਗੇ ਆਉਣਾ, ਪੰਜਾਬ ਅਗੇਂਸਟ ਕਰਪਸ਼ਨ। ਹਰ ਕੋਈ ਆਪਣਾ ਇਤਰਾਜ਼ ਜ਼ਾਹਰ ਕਰਦਾ ਆ। ਇੱਥੇ ਆਣ ਕੇ ਸਰਕਾਰਾਂ ਨੇ ਕੀ ਧੱਕੇ ਕੀਤੇ ਆ, ਧੱਕੇਸ਼ਾਹੀਆਂ ਦੀਆਂ ਗੱਲਾਂ ਹੁੰਦੀਆਂ ਆ। ਮੈਂ ਗੱਲ ਕਰਾਂਗੇ ਆਪਣੀਆਂ ਬੀਬੀਆਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਗਦਰੀ ਬਾਬਿਆਂ ਦੇ ਮੇਲੇ ਤੇ ਪਹੁੰਚਿਆ, ਕਿੱਦਾਂ ਦਾ ਮਹਿਸੂਸ ਕਰਦੇ ਆ? ਵਧੀਆ ਮਹਿਸੂਸ ਕੀਤਾ, ਪਰ ਦਿਲ ਨੂੰ ਬਹੁਤ ਸੱਟ ਜਿਹੀ ਲੱਗਦੀ ਆ ਵੀ ਜੋਸ਼ ਆਉਂਦਾ ਦੇਖ ਕੇ। ਤੁਸੀਂ ਕੀ ਸਮਝਦੇ ਹੋ ਸਰਕਾਰ ਤੁਹਾਡੀਆਂ ਮੰਗਾਂ ਕਿਉਂ ਨਹੀਂ ਮੰਨਦੀ? ਕਿਉਂਕਿ ਸਰਕਾਰ ਹਮੇਸ਼ਾ ਤੁਹਾਨੂੰ ਪਤਾ ਦਗੇ ਤੇ ਰਹਿੰਦੀ ਆ। ਉਹ ਲੋਕਾਂ ਦੀ ਭਲਾਈ ਵਾਲੀ ਸਰਕਾਰ ਨਹੀਂ ਹੁੰਦੀ। ਉਹ ਸਿਰਫ ਵੋਟਾਂ ਜਦੋਂ ਲੈਣੀਆਂ ਉਦੋਂ ਹੀ ਭਲਾਈ ਵੱਲ ਤੁਰਦੀ ਆ। ਉਸ ਤੋਂ ਬਾਅਦ ਉਹਨੇ ਆਪਣੇ ਕੰਮ ਕਰਨੇ ਹੁੰਦੇ ਜੀ। ਉਹਦਾ ਫਾਇਦਾ ਲੋਕਾਂ ਦੇ ਫਾਇਦਾ ਘੱਟ। ਇਹ ਮੇਲੇ ਤੇ ਆਣ ਕੇ ਕੀ ਮਹਿਸੂਸ ਕੀਤਾ? ਅਸੀਂ ਤੇ ਹਰ ਸਾਲ ਆਉਂਦੇ ਆ। ਇਸ ਸਬਬ ਨਾਲ ਅਸੀਂ ਕਿਸਾਨ ਮੋਰਚੇ ਵੱਲੋਂ ਆਏ ਆ। ਹਰ ਸਾਲ ਆਉਂਦੇ ਆ ਕਿ ਨਵੀਂ ਸੋਚ ਮਿਲਦੀ ਹੈ, ਨਵਾਂ ਸਭ ਕੁਝ ਸਿੱਖਣ ਨੂੰ। ਜਿਹੜਾ ਕਿਸਾਨੀ ਸੰਘਰਸ਼ ਉਹਨੂੰ ਪੂਰਾ 1 ਸਾਲ ਹੋ ਗਿਆ ਦਿੱਲੀ ਬਾਰਡਰਾਂ ਤੱਕ ਪਹੁੰਚਿਆਂ ਨੂੰ, ਪਰ ਫਿਰ ਵੀ ਜਿਹੜੇ ਪੰਜਾਬ ਦੇ ਵਿੱਚ ਬਹੁਤੇ ਹਜੇ ਬਹੁਤ ਜਿਹੜੇ ਆਪਣੇ ਘਰਾਂ ਤੋਂ ਨਹੀਂ ਨਿਕਲ ਸਕੇ ਹੈਗੇ। ਤੁਸੀਂ ਕੀ ਸਮਝਦੇ ਆ ਵੀ ਉਹਨਾਂ ਨੂੰ ਜਾਣਾ ਚਾਹੀਦਾ ਆ? ਬਿਲਕੁਲ, ਉਹਨਾਂ ਨੂੰ ਸਾਨੂੰ ਸਾਰੇ ਕਿ ਉਹਨਾਂ ਨੂੰ ਜਾਣਾ ਜ਼ਰੂਰ ਚਾਹੀਦਾ ਵਾ। ਅੰਦਰ ਬੈਠੇ ਕਦੀ ਕੁਛ ਨਹੀਂ ਮਿਲਿਆ, ਕਦੇ ਰੋਏ ਬਿਨਾਂ ਤੇ ਮਾਂ ਦੁੱਧ ਵੀ ਨਹੀਂ ਪਿਆਂਦੀ। ਆ ਸਾਡੀ ਜਿਹੜੀ ਗਿਣਤੀ ਘਰਾਂ 'ਚ ਸੋਲੋ 10% ਹੈ ਤੇ ਬਾਕੀ 90% ਲੋਕ ਘਰ ਹੀ ਬੈਠੇ। ਪਰ ਜਿੰਨੀ ਦੇਰ ਉੱਠ ਗਏ ਨਹੀਂ ਉਨੀ ਦੇਰ ਸਾਨੂੰ ਕੁਛ ਨਹੀਂ ਮਿਲ ਸਕਦਾ। ਇਹ ਲਈ ਉਹਨਾਂ ਨੂੰ ਉੱਠਣਾ ਹੀ ਪੈਣਾ, ਜਾਗਣਾ ਹੀ ਪੈਣਾ ਇੱਕ ਦਿਨ, ਤੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਬਾਅਦ 'ਚ ਪਛਤਾਣਗੇ। ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ ਆ ਗਏ ਆਪਾਂ। ਆ ਇਧਰਲੇ ਪਾਸੇ ਮੈਂ ਗੱਲ ਕਰਾਂ, ਗਦਰੀ ਬਾਬਿਆਂ ਦੀਆਂ ਫੋਟੋਆਂ ਲੱਗੀਆਂ ਆ। ਬਾਬਾ ਬਤਨ ਸਿੰਘ ਕਾਰੀ, ਬੱਬਰ ਕਰਮ ਸਿੰਘ ਝਿੰਗੜ ਜੀ, ਪਰਲੇ ਸਾਈਡ ਤੇ ਬੱਬਰ ਹਰੀ ਸਿੰਘ ਸੂੰਡ, ਬੱਬਰ ਕਰਮ ਸਿੰਘ ਦੌਲਤਪੁਰ। ਇਹ ਗਦਰੀ ਬਾਬਿਆਂ ਨੂੰ ਸਮਰਪਿਤ ਮੇਲਾ ਆ। ਆਓ ਚੱਲਦੇ ਹਾਂ ਅੱਗੇ। ਆ ਨਵੀਂ ਪਹਿਲ ਕੀਤੀ ਗਈ ਆ ਗਦਰੀ ਬਾਬਿਆਂ ਦੀ ਕਮੇਟੀ ਵੱਲੋਂ ਵੀ ਉਹ ਕਹਿੰਦੇ ਵੀ ਜਿਹੜਾ ਵੀ ਇੱਥੇ ਕੋਈ ਆਉਂਦਾ ਆਪਣੇ ਦਸਖਤ ਜ਼ਰੂਰ ਕਰੋ, ਤਾਂ ਕਿ ਵੀ ਪਤਾ ਲੱਗ ਸਕੇ ਵੀ ਜਿਹੜੀ ਇਹ ਲਹਿਰ ਆ ਕਿੱਥੇ ਤੱਕ ਪਹੁੰਚ ਚੁੱਕੀ ਆ। ਸਾਰੇ ਜਿੰਨੇ ਵੀ ਇੱਥੇ ਆਏ ਆ ਉਹ ਆਪਣਾ ਇੱਥੇ ਨਾਮ ਲਿਖਦੇ ਆ। ਦੇਸ਼ ਭਗਤ ਯਾਦਗਾਰੀ ਹਾਲ, ਜਿਹੜਾ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਆ, ਉਹਦੇ ਅੰਦਰਲੇ ਵਿਹੜੇ ਵਿੱਚ ਆ ਗਏ ਆ। ਤਾਂ ਇੱਥੇ ਕਿਤਾਬਾਂ ਦੇ ਸਟਾਲ ਲੱਗੇ ਹੋ ਆ। ਇੱਥੇ ਜ਼ਿਆਦਾਤਰ ਜਿਹੜਾ ਗਦਰ ਲਹਿਰ ਦਾ ਜਿਹੜਾ ਸਾਹਿਤ ਆ ਉਹ ਜ਼ਿਆਦਾ ਇੱਥੇ ਇਸ ਵਾਰ ਤੁਹਾਨੂੰ ਵੱਖ-ਵੱਖ ਤੁਸੀਂ ਦੇਖ ਲਓ ਵੀ ਕਿਤਾਬਾਂ ਦੇ ਉੱਤੇ ਪਹਿਲਾਂ ਗੱਲਾਂ ਕੀਤੀਆਂ ਸੀ ਪੰਜਾਬ ਦੇ ਵਿੱਚ ਜਿਹੜਾ ਸਾਹਿਤ ਪੜ੍ਹਨ ਦਾ ਰੁਝਾਨ ਘਟ ਗਿਆ, ਪਰ ਇੱਥੇ ਗਦਰੀ ਬਾਬਿਆਂ ਦੇ ਦੇਖਿਆ ਆ ਵੀ ਇਹ ਸਾਰਾ ਪੰਡਾਲ ਜਿਹੜਾ ਪੂਰਾ ਭਰਿਆ ਆ। ਕਿਤਾਬਾਂ ਲੈਣ ਵਾਲਿਆਂ ਤੇ ਕਿਤਾਬਾਂ ਵੇਚਣ ਵਾਲਿਆਂ ਦੀ ਪੂਰੀ ਸ਼ਮੂਲੀਅਤ ਆ। ਇਹ ਗੱਲਾਂ ਹੁਣ ਨਕਾਰੀਆਂ ਜਾ ਸਕਦੀਆਂ ਵੀ ਜਿਹੜਾ ਪੰਜਾਬੀ ਲੋਕ ਉਹ ਆਪਣੇ ਸਾਹਿਤ ਤੋਂ ਟੁੱਟਦੇ ਜਾ ਰਹੇ ਆ। ਕਿਉਂਕਿ ਜੇ ਇਹਨਾਂ ਦੀ ਗੱਲ ਕਰਾਂ ਤਾਂ ਇਹ ਦੇਖੋ ਤੁਸੀਂ ਸਾਰੇ ਮੇਰੇ ਕਿੰਨੇ ਭੀੜ ਲੱਗੀ ਹੋ, ਹਰੇਕ ਸਟਾਲ ਦੇ ਉੱਤੇ 10-10 20-20 ਬੰਦੇ ਜ਼ਰੂਰ ਆ। ਇਸ ਕਰਕੇ ਇਹ ਗੱਲਾਂ ਹੁਣ ਪੁਰਾਣੇ ਸਮੇਂ 'ਚ ਬੀਤੇ ਹੋਏ ਸਮੇਂ 'ਚ ਵਾ ਵੀ ਪੰਜਾਬੀ ਜਿਹੜੇ ਆ ਉਹ ਸਾਹਿਤ ਨਾਲੋਂ ਟੁੱਟਦੇ ਜਾ ਰਹੇ ਆ। ਤੁਸੀਂ ਗਦਰੀ ਬਾਬਿਆਂ ਦੇ ਮੇਲੇ ਤੇ ਪਹੁੰਚੇ ਆ। ਇਸ ਵਾਰ ਜਿਹੜੀ ਯੂਥ ਵਾ ਉਹ ਤੁਹਾਡੇ ਕੋਲ ਕਿਹੜਾ ਸਾਹਿਤ ਜ਼ਿਆਦਾ ਖਰੀਦ ਰਹੀ ਆ? ਦੇਖੋ, ਅੱਜ ਸਾਡਾ ਜੇ ਫਸਟ ਟਾਈਮ ਆ
ਔਰ ਅਸੀਂ ਦੇਖਿਆ ਕਿ ਯੂਥ ਬਹੁਤ ਹੀ ਐਕਸਾਈਟਿਡ ਆ ਕਿ ਜਿੱਦਾਂ ਕਿ ਅੱਜ ਕੱਲ ਲੋਕੀ ਸੋਚਦੇ ਨੇ ਕਿ ਸਾਨੂੰ ਨੈੱਟ ਤੋਂ ਹਰੇਕ ਤਰ੍ਹਾਂ ਦੀ ਨੌਲੇਜ ਪ੍ਰਾਪਤ ਹੋ ਰਹੀ ਆ, ਲੇਕਿਨ ਬੁੱਕਸ ਨੂੰ ਲੈਣਾ ਲੋਕੀ ਸੋਚਦੇ ਆ ਕਿ ਵੀ ਸ਼ਾਇਦ ਇੱਥੇ ਅਸੀਂ ਟਾਈਮ ਵੇਸਟ ਕਰਨਾ ਆ, ਪਰ ਅਸੀਂ ਅੱਜ ਦੇਖ ਰਹੇ ਹਾਂ ਕਿ ਸਾਨੂੰ ਕਾਫੀ ਫਸਟ ਟਾਈਮ ਅਸੀਂ ਸਟਾਲ ਲਗਾਇਆ ਆ, ਅਸੀਂ ਦੇਖਿਆ ਕਿ ਸਾਨੂੰ ਕਾਫੀ ਲੋਕ ਪੁੱਛ ਵੀ ਰਹੇ ਨੇ ਸਾਨੂੰ ਕਿੱਦਾਂ ਦਾ ਐਕਸਪੀਰੀਅੰਸ ਆ, ਔਰ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਵੀ ਲੋਕ ਅੱਜ ਵੀ ਜਿਹੜਾ ਕਿ ਪੜ੍ਹਨ ਦੇ ਸ਼ੌਕੀਨ ਨੇ, ਚਾਹੇ ਇੱਥੇ ਨੈੱਟ ਸੁਵਿਧਾ ਆ ਚੁੱਕੀ ਆ, ਨੈੱਟ ਦੇ ਨਾਲ ਉਹ ਕਿਤਾਬਾਂ ਪੜ੍ਹਨ ਦੇ ਵਿੱਚ ਵੀ ਇੰਟਰਸਟ ਰੱਖ ਰਹੇ ਨੇ। ਔਰ ਜਿਹੜਾ ਸ਼ਬਦ ਤੁਸੀਂ ਬੋਲਿਆ ਜਾਂ ਯੂਥ ਨੂੰ ਲੈ ਕੇ, ਕਿਉਂਕਿ ਯੂਥ ਹੀ ਪੰਜਾਬ ਦਾ ਆਉਣ ਵਾਲਾ ਇੱਕ ਭਵਿੱਖ ਵਾ, ਕਿਉਂਕਿ ਜੇ ਯੂਥ ਪੜ੍ਹੇਗਾ ਲਿਖੇਗਾ ਤਾਂ ਹੀ ਉਹ ਅੱਗੇ ਵੱਧ ਸਕਦਾ ਆ, ਅਗਰ ਯੂਥ ਪੜ੍ਹੇਗਾ ਨਹੀਂ ਤੇ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਜਿਹੜੀ ਇੱਕ ਸੋਨੇ ਦੀ ਚਿੜੀਆ ਜਿਸ ਨੂੰ ਅਸੀਂ ਕਹਿੰਦੇ ਆ, ਫਿਰ ਇਹ ਸੋਨੇ ਦੀ ਚਿੜੀਆ ਨਹੀਂ ਰਹੇਗੀ, ਕਿਉਂਕਿ ਗਿਆਨ ਦਾ ਭੰਡਾਰ ਦੇ ਨਾਲ ਹੀ ਯੂਥ ਅੱਗੇ ਅਗਰ ਵਧੇਗਾ ਤਾਂ ਹੀ ਉਹ ਸਾਡੇ ਪੰਜਾਬ ਦਾ ਨਾਮ ਵੀ ਰੋਸ਼ਨ ਹੋਏਗਾ ਤੇ ਸਾਡੇ ਭਾਰਤ ਦਾ ਨਾਮ ਵੀ ਰੋਸ਼ਨ ਹੋਏਗਾ। ਜੇ ਤੁਹਾਡੇ ਬੁੱਕ ਸਟਾਲ ਦੀ ਗੱਲ ਕਰਾਂ, ਇਹਦੇ ਵਿੱਚ ਜ਼ਿਆਦਾ ਜਿਹੜਾ ਲਿਟਰੇਚਰ ਉਹ ਹਿੰਦੀ ਲੈਂਗੁਏਜ ਦੇ ਵਿੱਚ ਆ। ਪੰਜਾਬ ਵਿੱਚ ਜਿਹੜੀ ਹਿੰਦੀ ਆ, ਮੈਂ ਇਹ ਨਹੀਂ ਕਹਿੰਦਾ ਵੀ ਲੈਂਗੁਏਜ ਕੋਈ ਵੀ ਮਾੜੀ ਆ, ਪਰ ਪੰਜਾਬ ਜਿੱਦਾਂ ਪੰਜਾਬੀਆਂ ਦਾ ਇੱਥੇ ਪੰਜਾਬੀ ਸਰੋਤੇ ਜ਼ਿਆਦਾ ਆ, ਤੁਹਾਡਾ ਸਾਹਿਤ ਜਿਹੜਾ ਆ ਹਿੰਦੀ ਦੇ ਨਾਲ ਜ਼ਿਆਦਾ ਰਿਲੇਟਡ ਆ। ਜੀ ਸਰ, ਜਿਹੜਾ ਸ਼ਬਦ ਤੁਸੀਂ ਇਸਤੇਮਾਲ ਕੀਤਾ ਕਿ ਸਾਡੇ ਕੋਲ ਜਿਹੜਾ ਕਿ ਵੀ ਲਿਖਤ ਆ ਉਹ ਜ਼ਿਆਦਾਤਰ ਹਿੰਦੀ ਦੀ ਪਈ ਆ ਔਰ ਪੰਜਾਬੀ ਦੀ ਸਿਰਫ ਥੋੜੀ ਆ, ਪਰ ਜਿਹੜੇ ਸਾਡੇ ਗੁਰੂ ਨੇ ਦਸ਼ਰਥ ਰਾਵਣ ਸਾਹਿਬ ਜੀ ਔਰ ਆਲ ਇੰਡੀਆ ਦੇ ਇੱਕ ਪ੍ਰਚਾਰਕ ਨੇ, ਔਰ ਜਸਟ ਅਸੀਂ ਜਿੱਦਾਂ ਕਿ ਮੈਂ ਪਹਿਲੇ ਵੀ ਸ਼ਬਦਾਂ ਦੇ ਵਿੱਚ ਤੁਹਾਨੂੰ ਬਿਆਨ ਕੀਤਾ ਹੈ ਕਿ ਵੀ ਅਸੀਂ ਜਸਟ ਓਨਲੀ ਫॉर ਵਨ ਸਾਈਡ ਟਾਈਮ ਲਗਾਇਆ ਆ, ਤੇ ਇਹਦੇ ਵਿੱਚ ਸਾਨੂੰ ਬਹੁਤ ਸਾਰਾ ਐਕਸਪੀਰੀਅੰਸ ਮਿਲਿਆ। ਕਾਫੀ ਲੋਕ ਕਹਿ ਰਹੇ ਨੇ ਕਿ ਅੰਬੇਡਕਰ ਸਾਹਿਬ ਮੁੱਖ ਸਫਾਈ ਕਾਮਗਾਰ ਜਿਹੜੀ ਹੈਗੀ ਉਹ 300 ਰੁਪਏ ਦੀ ਆ, ਤੇ ਇਹਨੂੰ ਪੰਜਾਬੀ ਦੇ ਵਿੱਚ ਵੀ ਹੋਵੇ ਤਾਂ ਅਸੀਂ 400 ਦੀ ਲਾਈਨ 'ਚ ਵੀ ਮਨਜ਼ੂਰ ਆ, ਤੇ ਅਸੀਂ ਉਹਨਾਂ ਨੂੰ ਕਿਹਾ ਕਿ ਨੈਕਸਟ ਟਾਈਮ ਅਸੀਂ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਅਵੇਲੇਬਲ ਕਰਾ ਦਾਂਗੇ, ਕਿਉਂਕਿ ਹਜੇ ਫਸਟ ਟਾਈਮ ਸੀਗਾ ਤੇ ਸਾਨੂੰ ਕੋਸ਼ਿਸ਼ ਹੁੰਦੀ ਹੈ ਕਿ ਕਿਉਂਕਿ ਅਸੀਂ ਦਿੱਲੀ ਦੇ ਵਿੱਚ ਵੀ ਲੱਗਦਾ ਪੁਸਤਕ ਮੇਲਾ, ਲਖਨਊ 'ਚ ਵੀ ਲੱਗਦਾ ਪੁਸਤਕ ਮੇਲਾ, ਤੇ ਉੱਥੇ ਜਸਟ ਓਨਲੀ ਫॉर ਹਿੰਦੀ ਲਿਟਰੇਚਰ ਚਾਹੀਦਾ ਹੁੰਦਾ, ਪਰ ਅਸੀਂ ਅੱਜ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਤੇ ਗਦਰੀ ਬਾਬੇ ਦੇ ਮੇਲਿਆਂ ਦੇ ਵਿੱਚ ਸਾਨੂੰ ਇਹ ਐਕਸਪੀਰੀਅੰਸ ਮਿਲਿਆ ਆ ਕਿ ਵੀ ਸਾਨੂੰ ਪੰਜਾਬੀ ਦਾ ਲਿਟਰੇਚਰ ਵੀ ਜ਼ਰੂਰੀ ਆ, ਤੇ ਸਾਨੂੰ ਨੈਕਸਟ ਟਾਈਮ ਅਸੀਂ ਆਪਣੇ ਜਿੰਨੇ ਵੀ ਇੱਥੇ ਸਰੋਤੇ ਆ ਰਹੇ ਨੇ, ਜੋ ਜਿੰਨੇ ਵੀ ਇੱਥੇ ਅਸੀਂ ਕਵੀ ਕਹਿ ਸਕਦੇ ਹਾਂ, ਜੋ ਬੁੱਧੀਜੀਵੀ ਲੋਕ ਆ ਰਹੇ ਨੇ, ਅਸੀਂ ਉਹਨਾਂ ਦੀਆਂ ਗੱਲਾਂ ਨੂੰ ਵੀ ਮੰਨਦੇ ਪਏ ਆ, ਤੇ ਨੈਕਸਟ ਟਾਈਮ ਅਸੀਂ ਪੰਜਾਬੀ ਦਾ ਵੀ ਕਰਾਂਗੇ ਜ਼ਰੂਰ। ਧੰਨਵਾਦ ਜੀ। ਵੈਲਕਮ ਸਰ। ਅੱਜ ਆਪਾਂ ਗਦਰੀ ਬਾਬਿਆਂ ਦੇ ਮੇਲੇ ਤੇ ਖੜੇ ਆ, ਤੁਸੀਂ ਕਿੱਦਾਂ ਦਾ ਮਹਿਸੂਸ ਕਰਦੇ ਆ? ਦੇਖੋ, ਅਸੀਂ ਤਾਂ ਇਸ ਮੇਲੇ ਨਾਲ ਪਿਛਲੇ 30 ਸਾਲ ਤੋਂ ਜੁੜੇ ਹਾਂ ਜੀ, ਜਿਸ ਦਿਨ ਦਾ 30ਵਾਂ ਮੇਲਾ, ਪਹਿਲੇ ਮੇਲੇ ਤੋਂ ਅਸੀਂ ਨਾਲ ਇਹਦੇ ਜੁੜੇ ਹੈਗੇ ਆ, ਪਰ ਸਾਡੀ ਕੋਸ਼ਿਸ਼ ਸੀਗੀ ਬਹੁਤ ਦੇਰ ਦੀ, ਜਿਸ 'ਚ ਕਾਫੀ ਹੱਦ ਤੱਕ ਸਫਲ ਹੋਏ ਆ। ਸਾਡਾ ਇਹ ਸੀ ਮੇਲੇ ਦੀਆਂ ਆਈਟਮਸ ਜਿਹੜੀਆਂ ਹੋ ਰਹੀਆਂ, ਪਰ ਮੇਲੇ ਦੇ ਵਿੱਚ ਇੱਕ ਵੱਡਾ ਮੇਲਾ, ਪੁਸਤਕ ਮੇਲਾ ਸਟੈਬਲਿਸ਼ ਕੀਤਾ। ਉਹ ਲਗਭਗ ਪੂਰੇ ਪੰਜਾਬ, ਈਵਨ ਇੱਥੋਂ ਤੱਕ ਪੂਰੇ ਭਾਰਤ ਵਿੱਚੋਂ ਲਗਭਗ 100 ਦੇ ਕਰੀਬ ਪਬਲੀਕੇਸ਼ਨ ਜਿਹੜੀ ਹੈਗੀ ਆ, ਮਤਲਬ ਪਬਲਿਸ਼ਰ ਤੇ ਪੁਸਤਕ ਵਿਕਰੇਤਾ ਜਿਹੜੇ ਹੈਗੇ ਕਿਤਾਬਾਂ ਆਪਣੀਆਂ ਲੈ ਕੇ ਆਉਂਦੇ, ਨਵੀਆਂ ਕਿਤਾਬਾਂ ਲੈ ਕੇ ਆਉਂਦੇ। ਹਰ ਲੇਖਕ ਜਿਹੜਾ ਉਹਦੀ ਖਾਸ਼ ਹੁੰਦੀ ਆ ਵੀ ਸਾਡੀ ਗਦਰੀ ਬਾਬਿਆਂ ਦੇ ਮੇਲੇ ਦੇ ਕਿਤਾਬ ਛਪ ਜਾਵੇ ਤੇ ਇੱਥੇ ਰਿਲੀਜ਼ ਹੋਵੇ। ਦੂਜੀ ਗੱਲ, ਅਸੀਂ ਆਪਣੀ ਮਤਲਬ ਪਬਲੀਕੇਸ਼ਨ ਵੱਲੋਂ ਇਸ ਵਾਰੀ ਗਦਰੀ ਬਾਬਿਆਂ ਦੇ ਮੇਲੇ ਤੇ ਪੜ੍ਹਨ ਕਰਕੇ ਤੁਰੇ ਹਾਂ ਵੀ ਅਸੀਂ ਆਪਣੀ ਜਿਹੜੀ ਪਬਲੀਕੇਸ਼ਨ ਹੈ, ਹਰ ਪਬਲੀਕੇਸ਼ਨ ਜਿਹੜੀ ਹੈਗੀ, ਚਾਹੇ ਉਹਦੀ ਕੀਮਤ 400 ਰੁਪਈਆ, ਚਾਹੇ 200 ਰੁਪਈਆ, ਚਾਹੇ 300 ਰੁਪਈਆ, ਚਾਹੇ 500 ਰੁਪਈਆ, ਅਸੀਂ ਹਰ ਕਿਤਾਬ ਜਿਹੜੀ ਪਾਠਕ ਤੱਕ ਪਹੁੰਚਦੀ ਕਰਾਂਗੇ ਸਿਰਫ 50 ਰੁਪਏ ਵਿੱਚ, ਤਾਂ ਕਿ ਪਾਠਕ ਨੂੰ ਦੀ ਜਿਹੜੀ ਇਹ ਰੜਕਦੀ ਹੈਗੀ ਆ ਸੋਚ ਬਣਾਉਣੀ ਚਾਹੁੰਦੇ ਆ, ਪਾਠਕ ਪੜ੍ਹਨਾ ਚਾਹੁੰਦੇ ਨੇ, ਪਰ ਮਹਿੰਗਾ ਲਿਟਰੇਚਰ ਹੋਣ ਕਰਕੇ ਨਹੀਂ ਖਰੀਦ ਸਕਦੇ, ਪਰ ਸਾਡੀ ਕੋਸ਼ਿਸ਼ ਹੈਗੀ ਆ ਅਸੀਂ ਪਾਠਕਾਂ ਤੱਕ ਇਸ ਢੰਗ ਨਾਲ ਪਹੁੰਚ ਕੀਤੀ ਜਾਵੇ। ਜੇ ਮੈਂ ਪਾਠਕਾਂ ਦੀ ਗੱਲ ਕਰਾਂ, ਪੰਜਾਬ ਪ੍ਰਕਾਸ਼ਨ ਜਲੰਧਰ ਨਾਲ ਕਿਹੋ ਜਿਹੇ ਪਾਠਕ ਜੁੜੇ ਹੋਏ ਨੇ? ਸਾਡੇ ਨਾਲ ਬੇਸਿਕਲੀ ਜਿਹੜੇ ਪਾਠਕ ਜੁੜੇ ਹੋਏ ਨੇ, ਮਾਰਕਸਿਸਟ, ਤਰਕਸ਼ੀਲ, ਭਗਤ ਸਿੰਘ ਦਾ ਲਿਟਰੇਚਰ ਤੇ ਦੇਸ਼ ਭਗਤਾਂ ਦਾ ਲਿਟਰੇਚਰ ਜਿਹੜਾ ਹੈਗਾ ਮੇਨਲੀ ਇਹ ਜੁੜੇ ਨੇ। ਇਸ ਤੋਂ ਇਲਾਵਾ ਜਿਹੜਾ ਚੰਗਾ ਸਾਹਿਤ, ਚੰਗਾ ਲਿਟਰੇਚਰ, ਇੱਥੋਂ ਤੱਕ ਵੀ ਅਸੀਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਇੰਗਲਿਸ਼ ਦੇ ਵਿੱਚੋਂ ਟਰਾਂਸਲੇਟ ਕਰਕੇ ਪੰਜਾਬੀ ਦੇ ਵਿੱਚ ਛਾਪੀਆਂ, ਤਾਂ ਕਿ ਲੋਕ ਜਿਹੜੇ ਹੈਗੇ ਆ ਵੱਧ ਤੋਂ ਵੱਧ ਪੜ੍ਹਨ ਨੂੰ, ਤੇ ਜਿਹੜੀ ਵੀ ਕਿਤਾਬ ਲੋਕਾਂ ਨਾਲ ਸਿੱਧੀ ਡਾਇਰੈਕਟ ਸਰੋਕਾਰ ਰੱਖਦੀ ਆ, ਲੋਕਾਂ ਨਾਲ ਕੰਸਰਨ ਰੱਖਦੀ ਆ, ਲੋਕਾਂ ਦੇ ਇਸ਼ੂਜ਼ ਨਾਲ, ਮਸਲਿਆਂ ਨਾਲ, ਕਰੰਟ ਇਸ਼ੂ ਨਾਲ ਸੰਪਰਕ ਰੱਖਦੀ ਆ, ਬਸ ਉਹ ਕਿਤਾਬ ਜਿਹੜੀ ਹੈਗੀ ਆ ਵੱਧ ਜਿਹੜੀ ਲੋਕ ਖਰੀਦਦੇ ਨੇ, ਅਸੀਂ ਵੱਧ ਉਹ ਕਿਤਾਬ ਜਿਹੜੀ ਲੈ ਕੇ ਜਾਂਦੇ ਨੇ।
ਜਿੱਦਾਂ ਤੁਸੀਂ ਦੱਸਿਆ ਬਈ ਆਪਾਂ ਇੱਕ ਨਵੀਂ ਪਿਰਤ ਪਾ ਰਹੇ ਹਾਂ ਵੀ ਹਰ ਕਿਤਾਬ ਜਿਹੜੀ ਆ ਉਹ 50 ਰੁਪਏ ਦੀ ਹੋਊਗੀ। ਕੀ ਉਹ ਇਸ ਵਾਰ ਮੇਲੇ ਤੋਂ ਸਟਾਰਟ ਹੋ ਜਾਂ ਨੈਕਸਟ ਮੇਲੇ ਤੋਂ ਸਟਾਰਟ ਆ? ਇਸ ਵਾਰੀ ਮੇਲੇ ਤੋਂ ਆ ਜਿਹੜਾ ਹੈ ਇਸ ਵੇਲੇ ਮੇਰੇ ਕੋਲ 100-125 ਦੇ ਕਰੀਬ ਟਾਈਟਲ ਹੈਗੇ ਆ। ਜੇ 100-125 ਟਾਈਟਲ ਵਿੱਚੋਂ ਕੋਈ ਵੀ ਮਤਲਬ ਪਾਠਕ ਚੂਜ਼ ਕਰ ਲਵੇ ਡਾਇਰੈਕਟ ਕਿਤਾਬ, ਹਰ ਕਿਤਾਬ 50 ਰੁਪਏ ਦੀ ਦੇਵਾਂਗੇ। ਉਹਦਾ ਜੇ ਈਵਨ ਇੱਥੋਂ ਤੱਕ ਵੀ 2-4 ਕਿਤਾਬਾਂ ਇਹੋ ਜਿਹੀਆਂ ਜਿਹਦਾ ਰੇਟ 50 ਤੋਂ ਘੱਟ ਆ, ਪਰ ਇਹ ਨਹੀਂ ਵੀ ਉਹ ਵੀ 50 ਦੀ ਆ। ਉਹਦੇ ਸੈਕਿੰਡ ਕਿਤਾਬ ਪਾ ਕੇ ਅਸੀਂ ਘੱਟ ਤੋਂ ਘੱਟ 100 ਰੁਪਏ ਦੀਆਂ ਜਿਹੜੀਆਂ ਕਿਤਾਬਾਂ ਉਹ ਵੀ 50 ਦੇ ਵਿੱਚ ਦੇਣੀਆਂ, ਘੱਟ ਤੋਂ ਘੱਟ ਇਹ ਤੋਂ ਹੀ ਜਾ ਕਰਕੇ ਤੁਰਿਆ ਜੀ। ਦਰਸ਼ਕੋ, ਪੰਜਾਬ ਪ੍ਰਕਾਸ਼ਨ ਜਲੰਧਰ ਵੱਲੋਂ ਇੱਥੇ ਇੱਕ ਸਟਾਲ ਲਗਾਇਆ ਗਿਆ ਆ, ਜਿਹਦੇ ਵਿੱਚ ਉਹ ਕਹਿੰਦੇ ਵੀ ਸਾਡੀਆਂ ਜਿਹੜੀਆਂ ਆ ਸਾਰੀਆਂ ਕਿਤਾਬਾਂ ਆ, ਚਾਹੇ ਉਹਦਾ ਮੁੱਲ ਕੋਈ ਵੀ 400 ਰੁਪਇਆ ਹੋਵੇ, 500 ਰੁਪਇਆ ਹੋਵੇ, ਪਰ ਆਪਾਂ ਨਵੀਂ ਪਿਰਤ ਸਟਾਰਟ ਕਰ ਦਿੱਤੀ ਵੀ ਹੁਣ ਹਰ ਇੱਕ ਕਿਤਾਬ ਜਿਹੜੀ ਆ 50 ਰੁਪਏ ਦੇ ਵਿੱਚ, 50 ਰੁਪਏ ਦੇ ਵਿੱਚ ਆਪਣੇ ਪਾਠਕ ਨੂੰ ਪੁੱਜਦੀ ਕਰਾਂਗੇ, ਤਾਂ ਕਿ ਜਿਹੜੇ ਆ ਚੰਗਾ ਤੇ ਨਰੋਆ ਸਮਾਜ ਜਿਹੜਾ ਸਿਰ 'ਚ ਹੋ ਸਕੇ। ਧੰਨਵਾਦ ਜੀ। ਧੰਨਵਾਦ ਜੀ, ਸ਼ੁਕਰੀਆ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਮੈਂ ਅੱਜ ਦੇਖਿਆ, ਮੈਂ ਸਾਰੇ ਘੁੰਮ ਲਿਆ ਇੱਥੇ ਜਿੰਨੇ ਵੀ ਬੁੱਕ ਸਟਾਲ ਲੱਗੇ ਹੋ, ਪਰ ਤੁਹਾਡੇ ਸਟਾਲ ਦੇ ਉੱਤੇ ਸਿੱਖ ਇਤਿਹਾਸ ਨਾਲ ਰਿਲੇਟਡ ਜਿਹੜੀਆਂ ਕਿਤਾਬਾਂ ਪਈਆਂ ਆ, ਇਹਨਾਂ ਦੀ ਕੀ ਖਾਸੀਅਤ ਵਾ? ਸਭ ਤੋਂ ਪਹਿਲੇ ਖਾਸੀਅਤ ਹੈ ਕਿ ਕੇਵਲ ਸਿੱਖ ਇਤਿਹਾਸ ਨਹੀਂ ਹੈ, ਸਾਰੀ ਮਾਨਵ ਜਾਤੀ ਨੂੰ ਸਮਰਪਿਤ ਹੈ ਤੇ ਸਾਰਿਆਂ ਵਾਸਤੇ ਇੱਕ ਬਹੁਤ ਹੀ ਆਦਰਸ਼ ਜੀਵਨ ਜਿਉਣ ਦਾ ਇੱਕ ਜਾਂਚ ਸਿਖਾਉਂਦੀ ਹੈ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗੀ ਗੁਰਬਾਣੀ ਦਰਸ਼ਨ ਦੀ। ਇਹ ਗੁਰਬਾਣੀ ਦਰਸ਼ਨ ਜੋ ਹੈ, ਆਪ ਜੀ ਇੱਥੇ ਸਾਹਮਣੇ ਪੋਸਟਰ ਵੀ ਦੇਖ ਰਹੇ ਹੋ ਕਿ ਕਿਸਾਨਾਂ ਨਾਲ ਸੰਬੰਧਿਤ ਹੈ, ਜੋ ਸਤਰ ਹੈ ਗੁਰਬਾਣੀ ਵਿੱਚੋਂ ਸਾਨੂੰ ਮਹਾਵਾਕ ਮਿਲਦਾ ਹੈ ਤੇ ਇਸ ਤਰ੍ਹਾਂ ਦੇ ਹੀ ਮਹਾਵਾਕਾਂ ਨੂੰ ਦਰਸਾਇਆ ਗਿਆ ਹੈ, ਪਰ ਇੱਕ ਬੜੇ ਹੀ ਵਿਲੱਖਣ ਜਿਹੜੀ ਫੋਟੋਗ੍ਰਾਫੀ ਦੇ ਨਾਲ। ਇਹ ਸਾਰੀ ਕੈਮਰੇ ਨਾਲ ਕਲਿੱਕ ਕੀਤੀਆਂ ਹੋਈਆਂ ਤਸਵੀਰਾਂ ਨੇ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਦੀਆਂ, ਜੋ ਵਰਤਮਾਨ ਨਾਮਧਾਰੀ ਮੁਖੀ ਵੀ ਹੈ ਔਰ ਇੰਟਰਨੈਸ਼ਨਲ ਅਵਾਰਡੀ ਹੈ ਫੋਟੋਗ੍ਰਾਫੀ ਦੇ ਖੇਤਰ ਦੇ ਵਿੱਚ। ਤੇ ਇਹਨਾਂ ਨੇ ਹਰ ਇੱਕ ਚੀਜ਼ ਨੂੰ ਇੱਦਾਂ ਤਸਵੀਰਾਂ ਜਿਹੜੀਆਂ ਕੈਮਰੇ ਨਾਲ ਖਿੱਚ ਕੇ ਫਿਰ ਉਹਨੂੰ ਗੁਰਬਾਣੀ ਦੇ ਰਾਹੀਂ ਦਰਸਾਇਆ ਹੈ, ਸਾਨੂੰ ਸੁਮੇਲ ਕੀਤਾ ਹੈ ਇਹਨਾਂ ਦਾ, ਫਿਰ ਤਿੰਨੋਂ ਭਾਸ਼ਾਵਾਂ ਵਿੱਚ ਇਹਨੂੰ ਡਿਕਟੇਟ ਕੀਤਾ ਹੈ ਜੀ, ਤਾਂ ਜੋ ਹਰ ਇੱਕ ਭਾਸ਼ਾ ਦਾ ਮਨੁੱਖ ਸਮਝ ਸਕੇ। ਥੋੜੀ ਦੇਰ ਪਹਿਲਾਂ ਜਿਵੇਂ ਹੁਣੇ ਆਪ ਜੀ ਗੱਲ ਕਰ ਰਹੇ ਹੋ ਸਿੱਖ ਇਤਿਹਾਸ ਦੀ, ਮੇਰੇ ਕੋਲ ਆਏ, ਉਹ ਕਹਿੰਦੇ ਸਿੱਖੀਜ਼ਮ ਨਾਲ ਰਿਲੇਟਡ ਹੈ। ਮੈਂ ਕਿਹਾ ਜੀ ਆਪ ਜੀ ਨੂੰ ਇੱਕ ਮੈਂ ਤਸਵੀਰ ਦਿਖਾਣੀ ਆ, ਸੂਰਜ ਉਦੇ ਹੋਣ ਦੀ ਤਸਵੀਰ ਹੈ ਇੱਕ ਇਹਦੇ 'ਚ। ਮੈਂ ਉਹਨਾਂ ਨੂੰ ਦਿਖਾਇਆ, ਮੈਂ ਕਿਹਾ ਜੀ ਇੱਥੇ ਲਿਖਿਆ ਹੈ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਤੇ ਫਿਰ ਮੈਂ ਕਿਹਾ ਜੀ ਫਿਰ ਤਾਂ ਸਾਰਿਆਂ ਵਾਸਤੇ ਹੋਇਆ ਨਾ ਜੀ, ਕਿਉਂਕਿ ਰੱਬ ਨੇ ਤੇ ਸਾਰਿਆਂ ਨੂੰ ਇੱਕੋ ਜਿਹਾ ਹੀ ਰੱਬ ਹੈ, ਸਾਡਾ ਸਾਰਾ ਪਰਮ ਪਿਤਾ ਇੱਕੋ ਹੀ ਹੈ। ਸੋ ਇਹ ਬਹੁਤ ਹੀ ਅੱਛਾ ਸੰਦੇਸ਼ ਹੈ, ਸਾਨੂੰ ਗੁਰਬਾਣੀ ਨਾਲ ਜੁੜਨ ਦਾ, ਇੱਕ ਚੰਗਾ ਜੀਵਨ ਜਿਉਣ ਦਾ ਆਦਰਸ਼ ਪ੍ਰਸਤੁਤ ਕਰਦੀ ਹੈ ਜੀ। ਮੈਡਮ, ਜਿੱਦਾਂ ਆਪਾਂ ਪੰਜਾਬੀ ਆ, ਸਾਡਾ ਬਚਪਨ ਹੀ ਜਿਹੜਾ ਆ ਉਹ ਗੁਰਦੁਆਰਿਆਂ ਵਿੱਚ ਆਪਾਂ ਜਿਹੜੀ ਗੁਰਬਾਣੀ ਆ ਸੁਣਦੇ ਆ ਰਹੇ ਆ, ਪੜ੍ਹਦੇ ਆ ਰਹੇ ਆ, ਪਰ ਅਜੋਕੇ ਸਮੇਂ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਪਿਕਚਰਾਂ ਲਾ ਕੇ ਉਹਨੂੰ ਗੁਰਬਾਣੀ ਨੂੰ ਐਕਸਪਲੇਨ ਕਰਨ ਦੀ ਕੀ ਲੋੜ ਪੈ ਗਈ? ਇਸ ਤਰ੍ਹਾਂ ਲੋੜ ਹੈ ਜੀ ਕਿ ਅਸੀਂ ਗੁਰਬਾਣੀ ਦੀ ਡੂੰਘਾਈ ਤੱਕ ਜਾ ਨਹੀਂ ਸਕਦੇ। ਪਹਿਲਾਂ ਤੇ ਸਾਡੇ ਕੋਲ ਸਮਾਂ ਹੀ ਨਹੀਂ ਹੈਗਾ ਪੜ੍ਹਨ ਦਾ, ਤੇ ਜੇ ਸਹਿਜੇ ਤਰੀਕੇ ਨਾਲ ਅਸੀਂ ਕੋਈ ਆਕਰਸ਼ਕ ਤਰੀਕੇ ਨਾਲ ਸਮਝਾਈਏ ਅੱਜ ਕੱਲ੍ਹ ਦੀ ਯੁਵਾ ਪੀੜ੍ਹੀ ਨੂੰ, ਤੇ ਉਹ ਬਹੁਤ ਜਲਦੀ ਸਮਝ ਜਾਏਗੀ। ਜੇ ਕੋਈ ਵਿਦਵਾਨ ਹੈ ਤਾਂ ਉਹ ਆਪਣੇ ਦ੍ਰਿਸ਼ਟੀਕੋਣ ਨਾਲ ਦੇਖੇਗਾ। ਮੇਰੇ ਕੋਲ ਬੜੇ ਵਿਦਵਾਨ ਸੱਜਣ ਵੀ ਅੱਜ ਆਏ, ਪ੍ਰੋਫੈਸਰ ਆਏ, ਲੈਕਚਰਰ ਆਏ, ਉਹ ਸਾਰੇ ਬੜਾ ਪਸੰਦ ਕਰਕੇ ਗਏ ਨੇ ਕਿ ਅਸੀਂ ਗੁਰਬਾਣੀ ਨੂੰ ਇੰਨਾ ਵਾਚਿਆ ਹੀ ਨਹੀਂ ਕਦੀ, ਉਹਦੀ ਗਹਿਰਾਈ ਤੇ, ਕਿਉਂਕਿ ਗੁਰਬਾਣੀ ਇੱਕ ਅਥਾਹ ਸਾਗਰ ਸਮੁੰਦਰ ਹੈ, ਉਹਦੇ ਚੁੱਭੀ ਮਾਰ ਕੇ ਇਹ ਖਜ਼ਾਨੇ ਲਿਆਉਣਾ ਬੜਾ ਔਖਾ ਹੈ। ਤੇ ਇਹਨਾਂ ਨੇ ਇਹ ਵਿੱਚੋਂ ਜਿਹੜਾ ਮੰਥਨ ਕਰਕੇ ਸਾਡੇ ਸਾਹਮਣੇ ਇਹ ਜੋ ਪ੍ਰਸਤੁਤ ਕੀਤਾ ਹੈ, ਇਹ ਬਹੁਤ ਹੀ ਅਲੌਕਿਕ ਹੈ, ਵਿਲੱਖਣ ਢੰਗ ਹੈ। ਸੋ ਮੈਮ, ਇਸ ਲਿਟਰੇਚਰ ਨੂੰ ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ ਇੱਕ ਪਿਕਚਰ ਦੇ ਨਾਲ ਗੁਰਬਾਣੀ ਜਿਹੜੀ ਆ ਉਹ ਐਡ ਕਰਕੇ ਉਹਦਾ ਐਕਸਪਲੇਨ ਕੀਤਾ ਆ, ਇਹਦੇ ਨਾਲ ਯੂਥ ਜਾਂ ਜੇ ਮੈਂ ਆਮ ਲੋਕਾਂ ਤੱਕ ਗੱਲ ਕਰਾਂ ਵੀ ਇਹ ਪਹੁੰਚ ਰਹੀ ਆ, ਤੇ ਇਹਦਾ ਫਾਇਦਾ ਕੀ ਹੋ ਰਿਹਾ ਆ? ਫਾਇਦਾ ਇਸ ਤਰ੍ਹਾਂ ਹੈ ਕਿ ਪਹਿਲਾਂ ਤੇ ਸਾਨੂੰ ਜਿਵੇਂ ਹੁਣੇ ਜੀਵਨ ਆਦਰਸ਼ ਦੀ ਗੱਲ ਕੀਤੀ ਹੈ ਕਿ ਅਸੀਂ ਵਿੱਚੋਂ ਇੱਕ ਸਤਰ ਵੀ ਆਪਣੇ ਜੀਵਨ ਵਿੱਚ ਅਪਣਾ ਲਵਾਂਗੇ ਤੇ ਉਹ ਸਾਡਾ ਜੀਵਨ ਹੀ ਬਦਲ ਜਾਏਗਾ। ਜੇਕਰ ਅਸੀਂ ਯੁਵਾ ਦੀ ਗੱਲ ਕਰੀਏ ਤੇ ਅੱਜ ਇਹ ਪਹਿਲਵਾਨੀ ਦੀ ਗੱਲ ਕੀਤੀ ਹੈ, ਗੁਰਬਾਣੀ ਦੇ ਵਿੱਚੋਂ ਸਮਝਾਇਆ ਹੈ, ਤੇ ਯੁਵਾ ਵਰਗ ਪਹਿਲਵਾਨ ਤੇ ਤਾਂ ਹੀ ਬਣੇਗਾ ਨਾ ਜੇਕਰ ਉਹ ਨਸ਼ੇ ਛੱਡੇਗਾ। ਤੇ ਮਤਲਬ ਹਰ ਇੱਕ ਜੋ ਗੁਰਬਾਣੀ ਦਾ ਜੋ ਮਹਾਵਾਕ ਹੈ ਉਹ ਸਾਨੂੰ ਕੁਝ ਸਿਖਾਉਂਦਾ ਹੈ, ਤੇ ਸਿੱਖਣ ਦਾ ਮੌਕਾ, ਸਮਝਣ ਦਾ ਤਾਂ ਸਾਨੂੰ ਜ਼ਿਆਦਾ ਸਮਝ ਆਉਂਦੀ ਹੈ ਜਦੋਂ ਅਸੀਂ ਇਹ ਚਿੱਤਰਾਂ ਨੂੰ ਨਾਲ ਦੇਖਦੇ ਹਾਂ ਕਿ ਇੰਨੀ ਸਾਡੀ ਕੁਦਰਤ ਜਿਹੜੀ ਹੈ ਕਿੰਨੀ ਮਹਾਨ ਹੈ। ਸੋ ਅੱਜ ਦੀ ਪੀੜ੍ਹੀ ਨੂੰ ਬੜਾ ਸੌਖੇ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ ਜੀ। ਧੰਨਵਾਦ ਮੈਮ, ਗੱਲ ਕਰਕੇ ਬਹੁਤ ਚੰਗਾ ਲੱਗਾ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵੀ।